इस चैनल को सब्सक्राइब करें और घंटा दबाना ना भूलें। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦਾ ਦਿਨ ਆਪ ਦੇ ਜੀਵਨ ਦੇ ਵਿੱਚ ਮੁਬਾਰਕ ਹੋਵੇ ਔਰ ਆਪ ਨੂੰ ਇਸ ਦਿਨ ਦੇ ਵਿੱਚ ਪਰਮੇਸ਼ਰ ਦੇ ਭੇਤਾਂ ਨੂੰ ਸਮਝਣ ਦੇ ਲਈ ਪਰਮੇਸ਼ਰ ਬੁੱਧ ਦੇਵੇ। ਅਸੀਂ ਇਸ ਤੋਂ ਪਹਿਲਾਂ ਕਿ ਪਰਮੇਸ਼ਰ ਦੇ ਵਚਨ ਦਾ ਮਨਨ ਕਰੀਏ, ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਧੰਨਵਾਦ ਕਰਦੇ ਹਾਂ ਤੇਰੇ ਅੱਜ ਦੇ ਇਸ ਸੁੰਦਰ ਦਿਨ ਦੇ ਲਈ, ਜਿਸ ਵਿੱਚ ਆਪ ਨੇ ਸਾਨੂੰ ਆਪਣੇ ਵਚਨ ਦੇ ਨੇੜੇ ਲਿਆਂਦਾ ਹੈ। ਉਹ ਪਰਮੇਸ਼ਰ ਪਿਤਾ, ਤੇਰਾ ਵਚਨ ਸਾਡੇ ਲਈ ਨਿਤ ਪ੍ਰਤੀ ਦਿਨ ਸਾਡੇ ਜੀਵਨ ਦੀ ਸ਼ੁੱਧਤਾ ਹੈ ਅਤੇ ਪਵਿੱਤਰਤਾ ਹੈ ਅਤੇ ਆਪ ਦੇ ਪ੍ਰੇਮ ਦੇ ਵਿੱਚ ਵਧਣਾ ਹੈ। ਇਸ ਲਈ ਅਸੀਂ ਤੇਰੇ ਵਚਨ ਦਾ ਜਦੋਂ ਮਨਨ ਕਰਦੇ ਹਾਂ ਤਾਂ ਸਾਨੂੰ ਇਹਨਾਂ ਗੱਲਾਂ ਦੇ ਨਾਲ ਆਪ ਦੇ ਵਿੱਚ ਅੱਗੇ ਵਧਣ ਦੇ ਲਈ ਮਦਦ ਕਰ ਔਰ ਆਪ ਦੀ ਪਵਿੱਤਰਤਾ ਆਪ ਦੇ ਵਚਨ ਦੇ ਨਾਲ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਪਿਤਾ ਆਪ ਦੇ ਸਵਰਗੀ ਰਾਜ ਦੀ ਉੱਤਮਤਾਈ ਦੇ ਨਾਲ ਵਧਣ ਦੇ ਲਈ ਸਾਡੇ ਜੀਵਨ ਦੇ ਵਿੱਚ ਹੋ ਸਕੇ ਅਜਿਹਾ ਹੋਣ ਦੇ ਲਈ ਮਦਦ ਕਰ। ਸੁਣਨ ਵਾਲੇ ਨੂੰ ਔਰ ਬੋਲਣ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੁਕਮ ਮੰਗਦੇ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਰਸੂਲਾਂ ਦੇ ਕਰਤੱਵ 26 ਅਧਿਆਏ ਉਸ ਦੀ 20 ਆਇਤ ਦੇ ਵਿੱਚੋਂ। ਇੱਥੇ ਲਿਖਿਆ ਹੈ, ਸਗੋਂ ਪਹਿਲਾਂ ਦਮਿਸ਼ਕ ਦੇ ਰਹਿਣ ਵਾਲਿਆਂ ਨੂੰ ਅਤੇ ਯਰੂਸ਼ਲਮ ਅਤੇ ਸਾਰੇ ਯਹੂਦੀਆ ਦੇਸ਼ ਵਿੱਚ ਪਰਾਈਆਂ ਕੌਮਾਂ ਨੂੰ ਉਪਦੇਸ਼ ਕੀਤਾ, ਭਾਈ ਤੌਬਾ ਕਰੋ ਅਤੇ ਪਰਮੇਸ਼ਰ ਦੀ ਵੱਲ ਮੁੜੋ ਅਤੇ ਤੌਬਾ ਦੇ ਲਾਇਕ ਕੰਮ ਕਰੋ। ਇਹ ਪੌਲਸ ਦੀ ਫੈਸਟਸ ਦੇ ਮੋਹਰੇ ਇੱਕ ਗਵਾਹੀ ਸੀ ਜੋ ਆਪਣੇ ਮੁਕੱਦਮੇ ਦੇ ਨਿਮਿਤ ਉਸ ਦੇ ਅੱਗੇ ਪ੍ਰਗਟ ਕਰ ਰਿਹਾ ਸੀ। ਇਸ ਵਚਨ ਦੇ ਉੱਤੇ ਮੇਰਾ ਧਿਆਨ ਇੱਕ ਖਾਸ ਗੱਲ ਦੇ ਉੱਤੇ ਗਿਆ ਹੈ ਜੋ ਕਿ ਸਾਡੇ ਵਿਸ਼ਵਾਸੀ ਜੀਵਨਾਂ ਦੇ ਵਿੱਚ ਹੋਣਾ ਜ਼ਰੂਰੀ ਹੈ। ਅਵਿਸ਼ਵਾਸੀ ਜੀਵਨਾਂ ਦੇ ਵਿੱਚ ਹੋਣਾ ਜ਼ਰੂਰੀ ਹੈ। ਮੈਂ ਆਪ ਨੂੰ ਉਸ ਖੱਡ ਦਾ ਜੋ ਮੂਲ ਸਾਡਾ ਵਿਸ਼ਾ ਹੈ ਔਰ ਉਸ ਦਾ ਉਦੇਸ਼ ਹੈ ਉਹ ਆਪ ਦੇ ਅੱਗੇ ਰੱਖਣ ਜਾ ਰਿਹਾ। ਇੱਥੇ ਲਿਖਿਆ ਹੈ ਕਿ ਤੌਬਾ ਦੇ ਲਾਇਕ ਕੰਮ ਕਰੋ, ਤੌਬਾ ਦੇ ਲਾਇਕ ਕੰਮ। ਪੌਲਸ ਇਸ ਤੋਂ ਪਹਿਲਾਂ ਕਿ ਤੌਬਾ ਦੇ ਲਾਇਕ ਕੰਮ ਦੀ ਗੱਲ ਕਰਦਾ ਹੈ, ਉਸ ਤੋਂ ਪਹਿਲਾਂ ਉਹ ਗੱਲ ਕਰਦਾ ਹੈ ਕਿ ਤੌਬਾ ਕਰੋ, ਪਰਮੇਸ਼ਰ ਦੀ ਵੱਲ ਮੁੜੋ। ਇਹ ਸਰਵਤ ਸ੍ਰਿਸ਼ਟੀ ਦੇ ਸਾਹਮਣੇ, ਪਰਾਈਆਂ ਕੌਮਾਂ ਦੇ ਸਾਹਮਣੇ, ਆਪਣੀ ਕੌਮ ਦੇ ਭਾਈਆਂ ਦੇ ਸਾਹਮਣੇ ਪਰਮੇਸ਼ਰ ਦੇ ਇਸ ਸੰਦੇਸ਼ ਨੂੰ ਪ੍ਰਗਟ ਕਰ ਰਿਹਾ ਹੈ। ਕਿਉਂਕਿ ਪਰਮੇਸ਼ਰ ਨੇ ਆਪਣੇ ਚੇਲਿਆਂ ਨੂੰ, ਜਦੋਂ ਅਸੀਂ ਮਰਕੁਸ ਰਚਿਤ ਸੁਸਮਾਚਾਰ ਉਸ ਦਾ 16 ਅਧਿਆਇ ਉਸ ਦੀ 15 ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਸਾਫ਼ ਰੀਤੀ ਨਾਲ ਕਹਿੰਦਾ ਹੈ ਕਿ ਜਾਓ, ਜਾ ਕੇ ਸਰਵਤ ਸ੍ਰਿਸ਼ਟੀ ਦੇ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰੋ, ਜਿਹੜੇ ਤੌਬਾ ਕਰਨ ਉਹ ਬਪਤਿਸਮਾ ਲੈਣ। ਜਦੋਂ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਤਾਂ ਪਰਮੇਸ਼ਰ ਦਾ ਦਾਸ ਇੱਥੇ ਇੱਕ ਗੱਲ ਦੱਸ ਰਿਹਾ ਹੈ ਕਿ ਸਾਡਾ ਜੋ ਛੁਟਕਾਰਾ ਹੈ ਪਾਪਾਂ ਦੇ ਵਿੱਚੋਂ, ਸਾਨੂੰ ਜੋ ਪਾਪਾਂ ਤੋਂ ਰਿਹਾਈ ਹੈ, ਸਾਨੂੰ ਜੋ ਪਾਪਾਂ ਤੋਂ ਮੁਕਤੀ ਹੈ, ਉਹ ਮਾਤਰ ਪ੍ਰਭੂ ਯਿਸੂ ਮਸੀਹ ਤੋਂ ਹੀ ਮਿਲ ਸਕਦੀ ਹੈ। ਪਰਮੇਸ਼ਰ ਦਾ ਵਚਨ ਜਦੋਂ ਯਸ਼ਾਇਆ ਨਬੀ ਦੀ ਪੁਸਤਕ 64 ਅਧਿਆਇ ਉਸ ਦੀ 8 ਆਇਤ ਪੜ੍ਹਦੇ ਹਾਂ ਕਿ ਤੁਹਾਡਾ ਛੁਟਕਾਰਾ, ਤੁਸੀਂ ਪਾਪਾਂ ਤੋਂ ਮੁਕਤੀ ਆਪਣੇ ਚੰਗੇ ਕੰਮਾਂ ਦੇ ਰਾਹੀਂ ਨਹੀਂ ਪਾ ਸਕਦੇ। ਅਸੀਂ ਜੇ ਦਾਨ ਕਰਦੇ ਹਾਂ ਜਾਂ ਭਲਾ ਕਰਦੇ ਹਾਂ ਜਾਂ ਕਿਸੇ ਭੁੱਖੇ ਨੂੰ ਰੋਟੀ ਖਵਾਉਂਦੇ ਹਾਂ ਜਾਂ ਕਿਸੇ ਗਰੀਬ ਦੀ ਮਦਦ ਕਰਦੇ ਹਾਂ, ਇਸੇ ਨਾਲ ਅਸੀਂ ਆਪਣੇ ਜੀਵਨ ਦੇ ਵਿੱਚੋਂ ਪਾਪਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ ਹਾਂ। ਔਰ ਇਹੋ ਗੱਲ ਜਦੋਂ ਅਸੀਂ ਪਰਮੇਸ਼ਰ ਦੇ ਦਾਸ
ਪੌਲੁਸ ਰਸੂਲ ਦੇ ਰਾਹੀਂ ਜਦੋਂ ਅਸੀਂ ਅਫਸੀਆਂ ਦੀ ਪੁਸਤਕ 2 ਅਧਿਆਏ ਉਸ ਦੀ 7-8 ਆਇਤ ਪੜ੍ਹਦੇ ਹਾਂ ਤਾਂ ਇੱਥੇ ਲਿਖਿਆ ਹੈ, ਭਾਈ ਉਸ ਦਿਆਲਗੀ ਨਾਲ ਜੋ ਮਸੀਹ ਯਸੂ ਵਿੱਚ ਸਾਡੇ ਉੱਤੇ ਹੈ ਅਤੇ ਆਉਣ ਵਾਲੇ ਯੁੱਗਾਂ ਵਿੱਚ ਆਪਣੀ ਕਿਰਪਾ ਦੇ ਬੇਹੱਦ ਧਨ ਨਾਲ ਉਜਾਗਰ ਕਰੇ, ਕਿਉਂ ਜੋ ਤੁਸੀਂ ਕਿਰਪਾ ਤੋਂ ਨੇਜਾ ਦੇ ਰਾਹੀਂ ਬਚਾਏ ਗਏ ਅਤੇ ਤੁਹਾਡੀ ਵੱਲੋਂ ਨਹੀਂ ਪਰਮੇਸ਼ਰ ਦੀ ਬਖਸ਼ਿਸ਼ ਹੈ। ਇਹਦਾ ਮਤਲਬ ਪਰਮੇਸ਼ਰ ਦੀ ਚਿੰਤਾ ਜੋ ਸਰਵੱਤ ਮਨੁੱਖ ਜਾਤੀ ਦੇ ਉੱਤੇ ਸੀ, ਪੌਲੁਸ ਸਭ ਤੋਂ ਪਹਿਲਾਂ ਉਸ ਨੂੰ ਪ੍ਰਗਟ ਕਰਦਾ। ਉਸ ਨੂੰ ਪ੍ਰਗਟ ਕਰਨ ਦਾ ਮਤਲਬ ਕੀ ਹੈ? ਪਰਮੇਸ਼ਰ ਨਹੀਂ ਚਾਹੁੰਦਾ ਕਿ ਕੋਈ ਮਨੁੱਖ ਨਾਸ਼ ਹੋਵੇ। ਜਦੋਂ ਅਸੀਂ ਹਿਜ਼ਕੀਏਲ ਦੀ ਪੁਸਤਕ 18 ਅਧਿਆਇ ਉਸ ਦੀ 32 ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਸਾਫ਼ ਰੀਤੀ ਨਾਲ ਲਿਖਿਆ ਹੈ ਕਿ ਪਰਮੇਸ਼ਰ ਕਿਸੇ ਵੀ ਮਨੁੱਖ ਦੇ ਮਰਨ ਤੋਂ ਖੁਸ਼ ਨਹੀਂ। ਉਹ ਚਾਹੁੰਦਾ ਹੈ ਸਭੇ ਮੁੜਨ, ਭਾਵ ਤੌਬਾ ਕਰਨ ਅਤੇ ਜਿਉਂਦੇ ਰਹਿਣ। ਇਹ ਪਰਮੇਸ਼ਰ ਦੀ ਚਿੰਤਾ ਸਰਵੱਤ ਮਨੁੱਖ ਜਾਤੀ ਦੇ ਲਈ ਸੀ, ਕਿਉਂਕਿ ਉਹ ਉਸ ਦੀ ਰਚਨਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਕੋਈ ਮਨੁੱਖ ਨਾਸ਼ ਹੋਵੇ, ਕੋਈ ਮਨੁੱਖ ਮਰੇ। ਇਸ ਲਈ ਪਰਮੇਸ਼ਵਰ ਨੇ ਮਨੁੱਖਾਂ ਨੂੰ ਬਚਾਉਣ ਦੇ ਲਈ ਇੱਕ ਉਪਰਾਲਾ ਕੀਤਾ ਹੈ। ਉਹ ਉਪਰਾਲਾ ਕੀ ਕੀਤਾ? ਉਸਨੇ ਸਵੈਂ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ ਦੇ ਉੱਤੇ ਘੱਲਿਆ। ਉਹ ਸਾਡੇ ਪਾਪਾਂ ਲਈ ਮਾਰਿਆ ਗਿਆ ਅਤੇ ਦਫਨ ਕੀਤਾ ਗਿਆ ਅਤੇ ਵਚਨ ਦੇ ਅਨੁਸਾਰ ਤੀਸਰੇ ਦਿਹਾੜੇ ਜੀ ਉੱਠਿਆ। ਬਾਣੀ ਦੱਸਦੀ ਹੈ, ਜੋ ਉਸ ਦੇ ਇਸ ਕੀਤੇ ਹੋਏ ਕਾਰਜ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਪਾਪਾਂ ਤੋਂ ਮੁਕਤੀ ਪ੍ਰਾਪਤ ਕਰਦਾ ਹੈ। ਪਾਪਾਂ ਤੋਂ ਮੁਕਤੀ ਪ੍ਰਾਪਤ ਕਰਦਾ ਹੈ। ਹੁਣ ਇਹ ਨਹੀਂ ਮਤਲਬ ਪਾਪਾਂ ਤੋਂ ਮੁਕਤੀ ਪ੍ਰਾਪਤ ਹੋ ਗਈ, ਮੈਂ ਜਿੱਦਾਂ ਦਾ ਮਰਜ਼ੀ ਜੀਵਨ। ਪਾਪਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਮਤਲਬ ਹੈ ਗੰਭੀਰਤਾਈ ਦੇ ਨਾਲ ਮੈਂ ਪਰਮੇਸ਼ਰ ਦੇ ਅੱਗੇ ਆਪਣੇ ਜੀਵਨ ਨੂੰ ਸਮਰਪਿਤ ਕਰਦਾ ਹਾਂ। ਜਿਹੜਾ ਗੰਭੀਰਤਾਈ ਦੇ ਨਾਲ ਪਰਮੇਸ਼ਰ ਦੇ ਅੱਗੇ ਆਪਣੇ ਜੀਵਨ ਨੂੰ ਸਮਰਪਿਤ ਨਹੀਂ ਕਰਦਾ ਔਰ ਫਿਰ ਉਹ ਆਪਣੇ ਪੁਰਾਣੇ ਜੀਵਨ ਨਾਲ ਜਿਉਂਦਾ ਹੈ, ਭਾਈ ਉਹ ਤੌਬਾ ਨਹੀਂ ਹੈ, ਉਹ ਸੱਚੀ ਤੌਬਾ ਨਹੀਂ ਹੈ। ਉਹ ਪਾਪਾਂ ਤੋਂ ਰਿਹਾਈ ਨਹੀਂ ਹੈ। ਬਾਈਬਲ ਸਾਫ਼ ਦੱਸਦੀ ਹੈ। ਇਸ ਗੱਲ ਦੇ ਲਈ ਮੈਨੂੰ ਇੱਕ ਖੰਡ ਚੇਤਾ ਆਉਂਦਾ ਹੈ, ਧਨੀ ਤੇ ਲਾਜ਼ਰ ਦਾ। ਧਨੀ ਵਿਅਕਤੀ ਦੇ ਕੋਲ ਪਰਮੇਸ਼ਰ ਦਾ ਵਚਨ ਜੀ ਸੀ, ਉਸਨੇ ਪਰਮੇਸ਼ਰ ਦੇ ਵਚਨ ਨੂੰ ਸੁਣਿਆ ਵੀ ਸੀ, ਉਹ ਉਸ ਦੇ ਨਾਲ ਆਪਣੇ ਵਿਚਾਰ ਵਟਾਂਦਰਾ ਵੀ ਸੀ, ਪਰ ਗਿਆ ਕਿੱਥੇ? ਨਰਕ ਦੀ ਅੱਗ ਦੇ ਵਿੱਚ। ਮੇਰੇ ਪਿਆਰੇ ਅਸੀਸ, ਲਾਜ਼ਰ ਜਿਸ ਨੇ ਆਪਣੇ ਜੀਵਨ ਦੇ ਵਿੱਚ ਚਾਹੇ ਕਿਹੋ ਜਿਹੇ ਵੀ ਹਾਲਾਤ ਦੇ ਵਿੱਚ ਸੀ, ਉਸਨੇ ਜੀਵਿਤ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕੀਤਾ ਅਤੇ ਉਹ ਪਰਮੇਸ਼ਰ ਪਿਤਾ ਅਬਰਾਹਮ ਦੀ ਗੋਦ ਵਿੱਚ ਗਿਆ। ਇਹ ਸੱਚੀ ਤੌਬਾ ਹੈ। ਇਹ ਸੱਚੀ ਤੌਬਾ ਸਾਨੂੰ ਪਰਮੇਸ਼ਰ ਵੱਲ ਲੈ ਕੇ ਜਾਂਦੀ ਹੈ, ਭਾਵ ਸਵਰਗ ਵੱਲ, ਜਿੱਥੇ ਪਰਮੇਸ਼ਰ ਪਵਿੱਤਰਤਾ ਦੇ ਨਾਲ ਵਿਰਾਜਮਾਨ ਹੈ। ਔਰ ਉਸ ਦੇ ਲਈ ਪੌਲੁਸ ਅਗਲੀ ਗੱਲ ਜੋ ਇੱਥੇ ਕਰ ਰਿਹਾ ਹੈ ਉਹ ਇਹ ਕਰ ਰਿਹਾ ਹੈ ਕਿ ਤੌਬਾ ਦੇ ਲਾਇਕ ਕੰਮ ਕਰੋ। ਹੁਣ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਤੌਬਾ ਦੇ ਲਾਇਕ ਕੰਮ ਕਰਨ ਦਾ ਮਤਲਬ ਕੀ ਹੈ? ਇੱਕ ਵਿਅਕਤੀ ਦੇ ਵਿਸ਼ਵਾਸ ਦੀ ਗੰਭੀਰਤਾ ਉਸ ਦੇ ਕੰਮ ਅਤੇ ਜੀਵਨ ਚਰਿੱਤਰ ਤੋਂ ਪ੍ਰਗਟ ਹੁੰਦੀ ਹੈ। ਜੀਵਨ ਚਰਿੱਤਰ ਤੋਂ ਪ੍ਰਗਟ ਹੁੰਦੀ ਹੈ, ਬਾਈਬਲ ਇਹ ਦੱਸਦੀ ਹੈ। ਇਸ ਗੱਲ ਨੂੰ ਅਗਰ ਸਮਝਣਾ ਹੈ ਤਾਂ ਮੈਂ ਆਪ ਨੂੰ ਲੂਕਾ ਰਚੀ ਸੁਸਮਾਚਾਰ ਉਸ ਦੇ 3 ਅਧਿਆਏ ਉਸ ਦੀ 8 ਆਇਤ ਦੇ ਵਿੱਚ ਲੈ ਕੇ ਜਾਵਾਂਗਾ, ਜਿੱਥੇ ਪਰਮੇਸ਼ਵਰ ਪੁੱਤਰ ਯਹੋਨਾ ਦੇ ਉਸ ਵਾਕ ਨੂੰ ਜਿਹੜਾ ਤੌਬਾ ਦਾ ਪ੍ਰਚਾਰ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਕਰ ਰਿਹਾ ਸੀ, ਉਸ ਦੇ ਬਾਰੇ ਇੱਥੇ ਇਸ ਤਰ੍ਹਾਂ ਲਿਖਿਆ ਹੈ, ਸੋ ਤੁਸੀਂ ਤੌਬਾ ਦੇ ਲਾਇਕ ਫਲ ਦਿਓ। ਇੱਥੇ ਯਹੋਨਾ ਕਹਿ ਰਿਹਾ, ਕਿਉਂ ਕਹਿ ਰਿਹਾ? ਕਿਉਂਕਿ ਜਦੋਂ 7 ਆਇਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਗੱਲ ਪ੍ਰਗਟ ਹੁੰਦੀ ਹੈ, ਤਦ ਉਸਨੇ ਉਹਨਾਂ ਮਹੀਨਾ ਨੂੰ ਜੋ ਉਸ ਤੋਂ ਬਪਤਿਸਮਾ ਲੈਣ ਲਈ ਨਿਕਲੇ ਸਨ ਆਖਿਆ ਕਿ ਸੱਪ ਦੇ ਬੱਚਿਓ, ਤੁਹਾਨੂੰ ਆਉਣ ਵਾਲੇ
क्रोध तो भजना किन दसिया। ਇਹਦਾ मतलब की है कि जिन्ने भी यहूदी सी या उस कौम दे सी वो तौबा कर रहे सी, पर याजकां ते महायाजकां दे जीवन नूं जिन्हां ने इस तरह अपना तौबा कीती, उन्हां दे जीवन दे विच अगली गल वो 8 आयत दे विच कहंदा, सो तुसी तौबा दे लायक फल दिओ अते अपने आप विच ये ना आखण लगो कि अब्राहम साडा पिता है, क्यों जो मैं तुहानूं आखदा भाई परमेश्वर अब्राहम दे लई इन्हां पत्थरां विचों भी बालक पैदा कर सकदा है। मेरे प्यारे अजीज, ये बड़ा गंभीर वचन है, तौबा दे लायक कम। इस गल नूं हुण मैं आप नूं समझाउण दे लई मैं आप नूं रोमियां दी पुस्तक उसका 12 अध्याय उसकी 2 आयत दे विच लैके जाना हाँ, जिथे विश्वासी दे गंभीरताई दे जीवन अते चरित्र दे बारे पौलुस रसूल तौबा दे लायक काम करन दे लई उन्हां दे जीवन नूं प्रगट कर रहा। इत्थे की लिखिया है, अते इस युग दे रूप जिहे ना बनो। जे तुसी तौबा कीती है तां तुसी संसार तो अलग हो चुके हो। हुण तुसी संसार जिहे काम ना करो, झूठ ना बोलो, चोरी ना करो, निंदा ना करो, चुगली ना करो, एक दूसरे का विरोध ना करो, बल्कि अपने जीवन नूं मसीह यसू दे स्वरूप दे नाल प्रगट करो, जिसने अपने जीवन दे राही सर्वत सृष्टि नूं जितण दे लई अपने जीवन नूं दे दिता। कि साडा जीवन इस तरह है, इस युग दे रूप जे पहली गल तौबा दे योग जिहड़ा काम है, सानू इस युग दे रूप जिहे कोई काम नहीं करना है। कई मसीही होके क्रॉस पाते, कई मसीही होके बालों दे इदां कट लाउंदे आ, कई मसीही होके अपना दाड़ियां दियां नुकरा बनाउंदे आ, कई मसीही होके भरभट्टियां नूं करदे है। इवन देन विश्वासी दे जीवन दी वो चरित्रता प्रगट नहीं होती है, वो गंभीरता ही नहीं आती है। बाइबल दे विच साफ तौर ते लिखिया है, मैं तुहानू संसार तो अड कर दिता। संसार तो अड कर दिता भाव तुहानू मैं स्वर्गीय राज विच लैके आ गया। हुण तुसी संसार दे नहीं, हुण तुसी स्वर्ग दे हो। जे स्वर्ग दे हो तां स्वर्गीय गल्लां विच चित लाओ अते स्वर्गीय व्यवहार दे उत्ते चित लाओ अते स्वर्गीय गल्लां भाव वचन दीयां गल्लां तुहाडे मुख विच निकलणीआं चाहीदियां। भाव तुहाडे जीवन दे विच मसीह यसू दा नम्रता दा सुभाव प्रगट होना चाहिए। इस युग दे रूप जिहे ना बनो। पहली गल गंभीरता दे काम, चरित्र दे काम जो तौबा दे लायक है वो प्रगट होने चाहिए। भैणां नूं देखदे आ, कोई अपना साडे रिश्तेदारी च कोई अपना विआह आ गया, मेहंदी ला लई, ਇਹ ਕਿਹੜਾ अपना साडे विच काम आ गया। बालां नूं तरह तरह दे नाल, सूटां नूं इस तरह फैशनेबल लिआंदा, बहुत गलत है। जीवन चरित्र नहीं है। जीवन चरित्र बड़ा गंभीरता, मेरे पहरावे दे विच, मेरे जीवन चरित्र दे विच मसीह दा स्वरूप प्रगट होना चाहिए। इसलिए बाइबल दे विच दो चीज़ां बड़ियां गंभीर है। प्रभु यसु मसीह ने जदों 22 अध्याय असीं पढ़दे हां मत्ती दी इंजील, तां उस दे विच कहंदा है सद्दे होए तां बहुत है पर चुने होए थोड़े है। इहदा मतलब इनविटेशन तां बहुत लोकां नूं दित्ता गया पर उहदे विच चुने होए ही है। मेरे प्यारे अजीज, ये बड़ी गंभीर गल है। इसलिए परमेश्वर ने तुहानू स्वर्ग राज दे लई सद्या है, ना कि संसार दे लई सद्या है। जिहड़े संसार दे लई चले गए वो इनविटेशन दे विच बैठे हुए हैं। जिहड़े परमेश्वर दी उस गंभीरता दे काम विच आ गए, तौबा दे गंभीरता दे। तौबा दा मतलब की है, मेरे बाप दी तौबा, मैं हुण इह काम नहीं करना है,
हुण मैं संसार वाल नहीं जाना है, हुण मैं स्वर्ग वाल जाना है। बाइबल दसदी है, दाऊद बादशाह कहता है कि उन्हें मेरे पाप चढ़दे तो लहंदे तक कर दिते। ਇਹਦਾ मतलब परमेश्वर सानू पश्चिम तो पूर्व तक ले आया। कितना अद्भुत परमेश्वर है जो सानू पवित्रता दे विच लैके आ गया। उस दे वल सानू जाण दी जरूरत है। दूसरी गल इत्थे कहंदा है, सगों अपनी बुद्ध दे नवें होण करके होर स्वरूप विच बदलदे जाओ। हुण साडे विच संसार दी बुद्ध नहीं है, हुण साडे विच परमेश्वर दे वचन दी बुद्ध है। जो वचन कहंदा है उस दे अनुसार अपने स्वरूप नूं बदलना है, ताकि लोग कहण सचमुच इन्हां दे विच परमेश्वर। क्यों पौलुस रसूल जदों पहला कुरिन्थियों 3 अध्याय पढ़दे, तुसीं मसीह दी जिउंदी पत्री हो, लोग तुहानूं पढ़दे हन। ਇਹਦਾ मतलब ਤੁਹਾਡੇ ਵਿੱਚ ਮਸੀਹ ਦੇ ਸਰੂਪ ਨੂੰ ਦੇ। ਪੌਲੁਸ ਰਸੂਲ ਨੇ ਐਵੇਂ ਨਹੀਂ ਕਹਿਤਾ ਗਲਾਤੀਆਂ 2 ਦਾ ਵੀ ਹੁਣ ਮੈਂ ਜਿਉਂਦਾ ਨਹੀਂ, ਹੁਣ ਮੇਰੇ ਵਿੱਚ ਮਸੀਹ ਜ਼ਿੰਦਾ। ਬੜੀ ਗੰਭੀਰ ਗੱਲ ਹੈ। जिन्हें मेरे नाल प्यार किया अते अपने आप नूं मेरे लिए दे दिता, जिन्हें अपने आप नूं स्वर्गों आके इस पाप दे लिए मेरे लिए दे दिता, ताकि मैं अपने जीवन नूं इस संसार तो वख करके मसीह दे नाल नहीं जी सकदा। मैनूं मौत नहीं आनी है। तां बहुते लोग कहंदे बड़ा औखा है। बाइबल दे विच जदों असीं पहला यूहन्ना 5 अध्याय 3 आयत पढ़ते हैं तो लिखिया, परमेश्वर दे वचन औखे नहीं है, जे उहदे प्रेम विच है तो सौखे है। पत्नी जड़ी अपने पति नाल मिली रहंदी है सौखी है, जड़ी अपनी पति तो अपना ओला करदी है, अपने पति तो लुको करदी है, अपने पति तो कई गल्लां छुपाउंदी है, अपने पति दे नाल साझ नहीं करदी, अपने पति दे अधीन नहीं रहंदी। मेरे प्यारे अजीज, बाइबल वाणी साफ दसदी है उस दे विच परमेश्वर दा प्रेम नहीं, वो उस दे नाल धोखा दे रही है। जिहड़ी इस तरह धोखा करदी है उस दे जीवन दे विच अलगाव आ जाता है, संबंध विच्छेद आ जाता है। मेरा अगर परमेश्वर दे नाल संबंध है तो इत्थे साफ तौर ते लिखिया है कि हुण साडे जीवन दे विच अपनी बुद्ध दे नवें होण करके, इहदा मतलब हुण मेरे विच संसार दे नहीं, हुण प्रभु यीशु मसीह दी बुद्ध है जिहड़ी स्वर्ग दी है। और स्वर्ग दा की है? परमेश्वर दा वचन। ਇਹ वचन मैनू दिन प्रति दिन नवा करता है अते परमेश्वर दे योग ओ कम प्रगट करन दे लई ओदे राज वल जिउंदी आस वल लैके जांदा है, जिथे उहने कहा जिथे मैं हां उत्थे तुसी भी होवोगे। ये है तौबा दे योग काम। तौबा कर लई मैं जी अपना जीवन हुण जिद्दां मर्जी। कई की करदे आ, मैं कलीसियावां दे विच देखदा, इत्थे कलीसिया जाके कहते जय मसीह दी भाजी, जय मसीह दी भैन जी, बड़े वधिया उस स्वरूप दे विच। जदों किसी रिश्तेदार दा ब्याह आ जांदा है, जदों किसी दी पार्टी आ जांदी है या किसी दा कोई प्रोग्राम, उत्थे सारे अपने दुनियादारी दे काम करके जांदे। क्यों? कादे लई? किते उह सानू बोलियां ना मारन, किते उह सानू सताउण ना, किते उह साडे नाल अपना दूरी ना बना लैण। पर जे रब ने दूरी बना लई, प्यारो धनी अपना रोंदा रह गया एक बूंद दे लई भी। जदों दूरी बन गई तो तुसी उत्थे वड़ नहीं सकदे। इसलिए तौबा दे योग काम प्रगट करो, तां तुसी परमेश्वर दे पुत्र सदाओगे, तां तुसी परमेश्वर दी संतान सदाओगे, तां तुसी परमेश्वर दे अधिकारी उस दे राज दे होवोगे। जो काम नहीं, बाइबल दे विच प्रभु यीशु मसीह ने कहा जेड़ा बूटा ओदे योग फल नहीं दिंदा है वो वड्ढिया जावेगा ते अग च झोंक दिता जावेगा। बड़ा स्पष्ट है। जदों लूका दी अंजील दे अगले पड़ाव नूं पढ़ोगे तो तुहानूं पता लग जाएगा 3 अध्याय उत्थे साफ लिखिया है। इसलिए मेरे प्यारे अजीज, तौबा दे योग काम करो। नवी बुद्ध परमेश्वर ने दिती है इस वचन दे नाल, उस दा अनुसरण करदे होए जीवन बतीत करो।
ताकि तुसी विश्वासी सदाए जाओ और ताकि लोग तुहानू जानन कि सचमुच ये मसीह यसू दे चेले है। उस तो बाद तीसरी गल इत्थे लिखिया है, स्वरूप विच बदलते जाओ तां जो तुसी सियाण लवो परमेश्वर दी चंगी अते मन भाउंदी इच्छा की है। हुण साडे जीवन दे विच परमेश्वर दी इच्छा की है, परमेश्वर चाहता की है, वो तदे प्रगट होवेगा मेरे भाई भैन जदों असी संसार तो अड हो जावांगे, जदों असी परमेश्वर दी बुद्ध दे नाल चलना शुरू कर देवांगे, जीवन बतीत करना शुरू कर देवांगे, उस दे अनुसार गल्लां करनियां शुरू कर देवांगे, तां ये परमेश्वर दा वचन मेरे विच अपनी इच्छा नूं प्रगट करेगा जो स्वर्गीय है, धरती दी नहीं, जो स्वर्गीय है। क्योंकि स्वर्गीय इच्छा जयवंत है, स्वर्गीय इच्छा सदा दी है, स्वर्गीय इच्छा साडे जीवन नूं बहाल करती है, धरती दी इच्छा सानू विनाश करती है, थोड़े पालती है, टेस्ट वधिया लगता है पर अंत मौत है। इसलिए मैं आपनू स्पष्ट रीति नाल दसना चाहुंदा हां अते आप दे अगे स्पष्ट रीति नाल कहना चाहुंदा हां, जे तुसी तौबा कीती है तां मेरे भाई अते भैन, जे परमेश्वर दे कोलों स्वर्गीय फल लेना चाहते हो, जे परमेश्वर दे कोलों स्वर्गीय रिवार्ड लेना चाहते हो, तां तौबा दे योग काम करो जो परमेश्वर ने मेरे जीवन दे विच रोमिया 12:2 दे नाल प्रगट कीता है। जे असी इस तरह नहीं करते हाँ, जिमें अपना असी लूका दी अंजील 3 अध्याय उसकी 8 आयत दे विच पढ़िया है, उस दे विच भी प्रभु यूहन्ना साफ रीति नाल कहंदा है, तुसी तौबा दे लायक फल दिओ, अपने आप विच इह ना आखण लगो कि असी साडा पिता अब्राहम है। लिखा है वृक्षां दी जड़ होण तां कुहाड़ा रखिया होया है, सो हरेक वृक्ष जिहड़ा अच्छा फल नहीं दिंदा अग विच सुट्टिया जावेगा। जे तुसी उस सजा तो बचना है, जे तुसी उस सजा तो छुटकारा पाउणा है, तां अज तो ही तौबा दे लायक गंभीरता दे नाल अपने चरित्र नूं मसीह यसू दे विच बतीत करना शुरू कर दिओ। परमेश्वर आप नूं जो उसने वायदा कीता है, जिथे मैं हां उत्थे तुसी जरूर होवोगे। जे हजे तक तौबा नहीं कीती तां अज ही दिन है तौबा दे लई, ये दिन फिर नहीं आना। बाइबल दे विच कुरांथियां 2 कुरांथियां 6 अध्याय उसकी 2 आयत दे विच लिखिया अज ही मुक्ति दा दिन है, अज ही तौबा दा दिन। असी तौबा करिए अते स्वर्ग राज दे लई गंभीरता दे नाल चलिए तां स्वर्गीय फल साडे विच प्रगट होवेगा, और स्वर्गीय फल उस जिंदा परमेश्वर ही देवेगा जिसने मेरे लिए मुक्ति दा काम धरिया अते मुक्ति दा काम धर के मैनू अपने पुत्र विच खरीद लिया तौबा दे नाल। इसलिए मेरे प्यारे असीस, जो परमेश्वर दे वचन दे विच पौलुस रसूल ने कहा है कि तुसी तौबा दे लायक काम करो, तद थोड़ी पछाण परमेश्वर दे पुत्रा जही होवेगी। परमेश्वर सानू तौबा दे लायक काम करन दे लई साडी मदद करे। जय मसीह दी, मारानाथा।